ਕਰਮ ਕਮਾਵਣੇ ਦੋਸ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਇਸ ਕੱਤਕ ਦੇ ਮਹੀਨੇ ਅੰਦਰ ਸਤਿਗੁਰੂ ਜੀ ਨੇ ਕਰਮਾਂ ਦੀ ਗੱਲ ਕੀਤੀ ਹੈ, ਕਰਮਾਂ ਰੂਪੀ ਬੀਜ ਦੀ ਗੱਲ ਕੀਤੀ ਹੈ। ਗੁਰੂ ਸਾਹਿਬ ਭਾਈ ਜਿਹੋ ਜਿਹੇ ਵੀ ਤੂੰ ਬੀਜ ਬੀਜੇਗਾ ਫਲ ਭਾਈ ਤੈਨੂੰ ਉਸ ਤਰ੍ਹਾਂ ਦਾ ਹੀ ਪ੍ਰਾਪਤ ਹੋਵੇਗਾ। ਗੁਰੂ ਸਾਹਿਬ ਨੇ ਸਮਝਾ ਦਿੱਤਾ ਹੈ, ਬੀਜ ਤੂੰ ਬੀਜੇ ਨੇ ਫਲ ਤੂੰ ਹੀ ਖਾਵੇਂਗਾ। ਕਿਸੇ ਪਰਿਵਾਰ ਵਾਲੇ ਨੇ, ਕਿਸੇ ਰਿਸ਼ਤੇਦਾਰ ਮਿੱਤਰ ਦੋਸਤ ਨੇ ਭਾਈ ਤੇਰਾ ਭਾਈਵਾਲ ਨਹੀਂ ਬਣਨਾ। ਚੰਗਾ ਬੀਜ ਬੀਜਿਆ ਫਲ ਚੰਗਾ ਤੈਨੂੰ ਪ੍ਰਾਪਤ ਹੋਵੇਗਾ, ਮਾੜਾ ਬੀਜ ਬੀਜਿਆ ਭਾਈ ਫਲ ਵੀ ਮਾੜਾ ਤੂੰ ਹੀ ਖਾਵੇਂਗਾ। ਆਪੇ ਬੀਜ ਆਪੇ ਹੀ ਖਾਓ। ਇਸ ਕਰਕੇ ਗੁਰੂ ਸਾਹਿਬ ਆਖਦੇ ਨੇ ਜਦੋਂ ਆਪ ਬੀਜ ਕੇ ਆਪ ਹੀ ਖਾਣਾ ਸਮਝ ਹੈ ਸਾਨੂੰ, ਫੇਰ ਭਾਈ ਮਾੜੇ ਬੀਜ ਨਾ ਬੋ। ਪਰ ਸਾਡਾ ਸੁਭਾਅ ਐਸਾ ਹੈ, ਮਨੁੱਖ ਸਭ ਕੁਝ ਜਾਣਦਿਆਂ ਹੋਇਆਂ ਵੀ ਮਨੁੱਖ ਫੇਰ ਔਗਣ ਕਰਦਾ ਹੈ, ਗਲਤੀ ਕਰਦਾ ਹੈ, ਬਾਰ-ਬਾਰ ਗਲਤੀ ਕਰਦਾ ਹੈ। ਕਬੀਰ ਜੀ ਦਾ ਬਚਨ, ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ, ਹਾਥ ਦੀਪ ਕੁਏ ਪਰੈ। ਹੁਣ ਸਾਡੀ ਹਾਲਤ ਉਹ ਹੈ, ਦੇਖੋ ਵਾਹਿਗੁਰੂ ਨੇ ਗਿਆਨ ਬਖਸ਼ਿਆ, ਸੋਝੀ ਬਖਸ਼ੀ ਹੈ, ਪਰ ਮਨੁੱਖ ਫਿਰ ਵੀ ਜਾਣ ਬੁੱਝ ਕੇ ਜੇ ਔਗਣ ਕਰੇ, ਮਾੜੇ ਕਰਮ ਕਰੇ, ਜਾਨੂੰ ਸਾਨੂੰ ਪਤਾ ਹੈ ਭਾਈ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਵੀ ਜਿਹੜਾ ਵੀ ਬੀਜ ਬੀਜਿਆ ਉਹੀ ਮੈਨੂੰ ਹੁਣ ਤੱਕ ਪ੍ਰਾਪਤ ਹੋਇਆ, ਉਹਦਾ ਫਲ ਮੈਂ ਖਾਧਾ ਹੈ। ਤੇ ਅੱਗੋਂ ਵੀ ਜਿਹੋ ਜਿਹਾ ਬੀਜ ਅਸੀਂ ਬੀਜ ਰਹੇ ਹਾਂ ਉਹਦਾ ਫਲ ਆਪ ਹੀ ਖਾਣਾ। ਗੁਰੂ ਸਾਹਿਬ ਆਖਦੇ ਨੇ ਫਿਰ ਭਾਈ ਤੂੰ ਮਾੜੇ ਬੀਜ ਕਿਉਂ ਬੀਜਦਾ? ਮਾੜੇ ਬੀਜ ਨਾ ਬੀਜ, ਵੀ ਜੇ ਤੈਨੂੰ ਫਲ ਖਾਣਾ ਔਖਾ ਹੋ ਜੇ ਤੇ ਤੂੰ ਦੋਸ ਦੂਜਿਆਂ ਦੇ ਸਿਰ ਤੇ ਮੜੇ। ਵੀ ਦੂਜਿਆਂ ਦੇ ਸਿਰ ਤੇ ਤੂੰ ਦੋਸ ਨਹੀਂ ਮੜ ਸਕਦਾ। ਵੀ ਉਹਦੇ ਕਰਕੇ ਮੈਨੂੰ ਦੁੱਖ ਆਇਆ। ਬਚਨ ਆਪਾਂ ਪੜ੍ਹਦੇ ਆਂ, ਦੱਦੈ ਦੋਸ ਨਾ ਦਿਓ ਕਿਸੈ, ਦੋਸ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਣਾ। ਹੋਰ ਦੋਸ਼ੀ ਨਹੀਂ, ਦੋਸ਼ੀ ਤੂੰ ਹੈ ਭਾਈ। ਮਾੜਾ ਬੀਜ ਤੇਰੇ ਕੋਲ ਬੀਜਿਆ ਗਿਆ ਜਾਣੇ ਅਣਜਾਣੇ ਵਿੱਚ, ਤੇ ਤੈਨੂੰ ਦੁੱਖ ਮਿਲਿਆ, ਸੁੱਖ ਮਿਲਿਆ, ਚੰਗੇ ਬੀਜ ਤੂੰ ਬੀਜੇ ਨੇ ਭਾਈ। ਪਰ ਸਾਡਾ ਸੁਭਾਅ ਐਸਾ ਹੈ, ਜਦੋਂ ਸੁੱਖ ਮਿਲਦਾ ਹੈ ਸੁੱਖ ਵੇਲੇ ਸ਼ੁਕਰਾਨਾ ਕਰਨਾ ਚਾਹੀਦਾ ਹੈ ਮਾਲਕ ਦਾ ਜਿਹਨੇ ਸੁੱਖ ਦਿੱਤਾ ਹੈ, ਪਰ ਮਾਲਕ ਨੂੰ ਭੁੱਲ ਬੈਠੇ ਆ। ਫਿਰ ਉਹੀ ਸੁੱਖ ਦੁੱਖ ਦਾ ਕਾਰਨ ਬਣ ਜਾਂਦਾ ਹੈ। ਜਦੋਂ ਸੁੱਖ ਵੇਲੇ ਸ਼ੁਕਰਾਨਾ ਨਹੀਂ ਨਾ ਕਰਦੇ, ਫਿਰ ਉਹੀ ਸੁੱਖ ਦੁੱਖ ਵਿੱਚ ਤਬਦੀਲ ਹੋ ਜਾਂਦਾ ਹੈ। ਗੱਲ ਸਮਝਣ ਵਾਲੀ ਹੈ। ਜੇ ਦੁੱਖ ਹੈ ਜੀਵਨ ਵਿੱਚ, ਤੂੰ ਭਜਨ ਬੰਦਗੀ ਕਰ ਭਾਈ, ਦੁੱਖ ਤੇਰਾ ਕੱਟਿਆ ਜਾਵੇਗਾ। ਪਰ ਜੇ ਸੁੱਖ ਵੇਲੇ ਤੂੰ ਮਾਲਕ ਦਾ ਸ਼ੁਕਰਾਨਾ ਨਹੀਂ ਕਰਦਾ, ਗੁਰੂ ਸਾਹਿਬ ਆਖਦੇ ਨੇ ਫਿਰ ਤੂੰ ਦੁੱਖਾਂ ਦਾ ਭਾਗੀ ਹੈ। ਫਿਰ ਤੂੰ ਦੂਜਿਆਂ ਤੇ ਦੋਸ਼ ਮੜਦਾ ਫਿਰਦਾ। ਸਾਡਾ ਸੁਭਾਅ ਇੱਥੋਂ ਤੱਕ ਵੀ ਕਈ ਆਖ ਦਿੰਦੇ ਨੇ ਜੀਵਨ ਵਿੱਚ ਕਿਤੇ ਔਖਾ ਸਮਾਂ ਬਣ ਜੇ, ਦੁੱਖ ਬਣ ਜੇ, ਆਪਾਂ ਸੁਣਦੇ ਆ ਵੀ ਵਾਹਿਗੁਰੂ ਦਾ ਸਾਡੇ ਨਾਲ ਪਤਾ ਨਹੀਂ ਕੀ ਵੈਰ ਵਿਰੋਧ ਹੈ, ਸਾਡਾ ਇਮਤਿਹਾਨ ਕਿਉਂ ਲੈ ਰਿਹਾ ਹੈ, ਸਾਡੇ ਨਾਲ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ। ਸਾਧ ਸੰਗਤ ਜੀ, ਵਾਹਿਗੁਰੂ ਜੀ ਦਾ ਨਾ ਕਿਸੇ ਨਾਲ ਵੈਰ ਵਿਰੋਧ ਹੈ ਤੇ ਨਾ ਹੀ ਵਾਹਿਗੁਰੂ ਇਮਤਿਹਾਨ ਲੈਂਦਾ ਹੈ। ਵਾਹਿਗੁਰੂ ਜੀ ਨੇ ਸਾਨੂੰ ਕਰਮ ਕਰਨ ਵਿੱਚ ਸੁਤੰਤਰ ਰੱਖਿਆ। ਸੁਤੰਤਰ ਭਾਵ ਆਜ਼ਾਦ, ਵੀ ਤੂੰ ਆਪਣੀ ਮਰਜ਼ੀ ਨਾਲ ਕਰਮ ਕਰ, ਚੰਗੇ ਕਰ ਮਾੜੇ ਕਰ, ਤੂੰ ਸੁਤੰਤਰ ਹੈ। ਪਰ ਗੱਲ ਇਹ ਹੈ, ਕਰਮ ਕਰਨ ਵਿੱਚ ਤੂੰ ਸੁਤੰਤਰ ਹੈ। ਬੀਜ ਜਿਸ ਤਰ੍ਹਾਂ ਦੇ ਵੀ ਤੂੰ ਬੀਜੇਗਾ ਫਲ ਤੈਨੂੰ ਉਸ ਤਰ੍ਹਾਂ ਦਾ ਹੀ ਮਿਲੇਗਾ। ਹੁਣ ਉਦਾਹਰਨ ਦੇ ਤੌਰ ਤੇ, ਹੁਣ ਕਿਸਾਨ ਹੈ, ਕਿਸਾਨ ਨੇ ਹੁਣ ਝੋਨੇ ਦੀ ਫਸਲ ਬੀਜੀ ਹੈ, ਉਹਨੂੰ ਪਤਾ ਹੈ ਵੀ ਮੈਂ ਝੋਨੇ ਦੀ ਫਸਲ ਵੱਢਾਂਗਾ। ਕਦੇ ਨਹੀਂ ਉਹ ਇਹ ਗੱਲ ਸੋਚ ਸਕਦਾ ਵੀ ਮੈਂ ਬੀਜਿਆ ਝੋਨਾ ਤੇ ਵੱਢਾਂਗਾ ਮੈਂ ਕਣਕ, ਕਿਉਂਕਿ ਉਹਨੂੰ ਸਮਝ ਹੈ ਵੀ ਜਿਹੜੀ ਫਸਲ ਮੈਂ ਬੀਜੀ ਹੈ ਉਹੀ ਵੱਢਾਂਗਾ। ਹੁਣ ਜੇਕਰ ਜੀਵਨ ਵਿੱਚ ਮਾੜੇ ਕਰਮ ਕੀਤੇ ਨੇ ਭਾਈ, ਉਮੀਦ ਰੱਖੇ ਵੀ ਤੈਨੂੰ ਸੁੱਖ ਮਿਲ ਜਾਏਗਾ। ਬੀਜੇ ਭਿਖ ਮੰਗੈ ਅੰਮ੍ਰਿਤ, ਵੇਖੋ ਇਹ ਲਿਆਓ। ਵੀ ਨਹੀਂ ਭਾਈ, ਜੇ ਦੁੱਖ ਹੈ ਤੇ ਭਾਈ ਉਹਦਾ ਜ਼ਿੰਮੇਵਾਰ ਤੂੰ ਹੈ। ਜ਼ਮੀਨ ਅੰਦਰ ਜੇਕਰ ਘਾਹ ਵੀ ਜੰਮਦਾ ਹੈ, ਗੁਰੂ ਸਾਹਿਬ ਆਖਦੇ ਨੇ ਉਹਦਾ ਵੀ ਜ਼ਮੀਨ ਦੇ ਅੰਦਰ ਕਿਤੇ ਨਾ ਕਿਤੇ ਬੀਜ ਹੈ। ਮੀਂਹ ਪਿਆ ਤੇ ਬੀਜ ਪ੍ਰਫੁੱਲਤ ਹੋ ਗਿਆ, ਬੀਜ ਜੰਮ ਪਿਆ।
ਵੀ ਬਿਨਾਂ ਬੀਜ ਤੋਂ ਤਾਂ ਘਾਹ ਨਹੀਂ ਜੰਮਦਾ। ਤੇ ਰਹੀ ਗੱਲ ਜੀਵਨ ਵਿੱਚ ਦੁੱਖ ਭਾਈ ਤੇਰੇ ਇਹ ਕਿਵੇਂ ਆ ਸਕਦੇ ਨੇ, ਵੀ ਕਿਤੇ ਨਾ ਕਿਤੇ ਤੇਰੇ ਕੋਲੋਂ ਭਾਈ ਮਾੜਾ ਬੀਜ ਬੀਜਿਆ ਗਿਆ ਤੇ ਭਾਈ ਜੀਵਨ ਵਿੱਚ ਦੁੱਖ ਆ ਗਿਆ। ਸੋ ਗੁਰੂ ਸਾਹਿਬ ਆਖਦੇ ਨੇ ਭਾਈ ਐਸੇ ਬੀਜ ਨਾ ਬੀਜ ਜਿਹਦਾ ਫਲ ਤੈਨੂੰ ਖਾਣਾ ਔਖਾ ਹੋ ਜੇ। ਹੁਣ ਗੁਰੂ ਸਾਹਿਬ ਨੇ ਸਾਨੂੰ ਸਮਝਾ ਦਿੱਤਾ ਹੈ, ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ। ਹੋਰ ਭਾਈ ਕੋਈ ਦੋਸ਼ੀ ਨਹੀਂ, ਇਹਦੇ ਵਿੱਚ ਤੂੰ ਆਪ ਜ਼ਿੰਮੇਵਾਰ। ਅੱਗੇ ਕਿਰਪਾ ਕੀਤੀ ਹੈ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਵਿਆਪਨ ਤੋਂ ਭਾਵ ਹੈ ਜ਼ੋਰ ਪਾ ਲੈਂਦੇ ਨੇ, ਵੀ ਪਰਮੇਸ਼ਰ ਦੀ ਯਾਦ ਤੋਂ ਖੁੰਝਿਆਂ ਦੁਨੀਆ ਦੇ ਸਾਰੇ ਦੁੱਖ ਕਲੇਸ਼ ਜ਼ੋਰ ਪਾ ਲੈਂਦੇ ਨੇ। ਜਾਂ ਇਸ ਤਰ੍ਹਾਂ ਵੀ ਕਹਿ ਸਕਦੇ ਆ ਵੀ ਵਾਹਿਗੁਰੂ ਨੂੰ ਭੁੱਲ ਜਾਣਾ ਮਨ ਸਾਰੇ ਦੁੱਖਾਂ ਕਲੇਸ਼ਾਂ ਨੂੰ ਆਵਾਜ਼ ਮਾਰਨਾ। ਵੀ ਵਾਹਿਗੁਰੂ ਭੁੱਲ ਗਿਆ, ਵਾਹਿਗੁਰੂ ਨੂੰ ਭੁੱਲ ਜਾਣਾ ਸਾਰੇ ਦੁੱਖਾਂ ਕਲੇਸ਼ਾਂ ਨੂੰ ਆਵਾਜ਼ ਮਾਰਨ ਦੇ ਬਰਾਬਰ ਹੈ। ਵੀ ਵਾਹਿਗੁਰੂ ਨੂੰ ਭੁੱਲਿਆ ਹੀ ਸਾਰੇ ਦੁੱਖ ਮਨੁੱਖ ਨੂੰ ਆ ਚੁੰਮੜਦੇ ਨੇ। ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾ ਕੋ ਓਟ ਤੁਹਾਰੀ। ਵੀ ਜੇ ਵਾਹਿਗੁਰੂ ਦੀ ਯਾਦ ਹੈ ਫਿਰ ਭਾਈ ਤੂੰ ਦੁੱਖਾਂ ਕਲੇਸ਼ਾਂ ਤੋਂ ਬਚਾ ਰਵੇਂਗਾ। ਵਾਹਿਗੁਰੂ ਦਾ ਨਾਮ ਤੈਨੂੰ ਦੁੱਖਾਂ ਤੋਂ ਬਚਾਉਣ ਵਾਲਾ ਹੈ। ਵਾਹਿਗੁਰੂ ਦੇ ਨਾਲ ਤੇਰੀ ਸਾਂਝ ਹੈ। ਵਾਹਿਗੁਰੂ ਜੀ ਨੇ ਤੇਰਾ ਵਾਲ ਦੀ ਵਿੰਗਾ ਹੋਣ ਦੇਣਾ। ਬਚਨ ਆਪਾਂ ਪੜ੍ਹਦੇ ਆ, ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ। ਤਤੀ ਵਾਹ ਨੇ ਆਪਣੇ ਸੇਵਕ ਨੂੰ ਵਾਹਿਗੁਰੂ ਲੱਗਣ ਦਿੰਦਾ ਜੇ ਸੇਵਕ ਵਾਹਿਗੁਰੂ ਜੀ ਦੇ ਨਾਲ ਜੁੜਿਆ। ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸ਼ਰਨ ਆਈ, ਜੋ ਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੈ ਨਾ ਪਾਈ। ਸੋ ਗੁਰੂ ਸਾਹਿਬ ਨੇ ਸਮਝਾ ਦਿੱਤਾ ਹੈ ਵੀ ਵਾਹਿਗੁਰੂ ਨੂੰ ਭੁੱਲ ਜਾਣਾ ਭਾਈ ਦੁੱਖਾਂ ਦਾ ਸਭ ਤੋਂ ਵੱਡਾ ਕਾਰਨ ਹੈ। ਵੇਮੁਖ ਹੋਏ ਰਾਮ ਤੇ ਲੱਗਨ ਜਨਮ ਵਿਜੋਗ। ਜਨਮ ਵਿਜੋਗ ਤੋਂ ਭਾਵ ਹੈ ਜਨਮਾਂ ਦੇ ਵਿਛੋੜੇ, ਲੰਮੇ ਵਿਛੋੜੇ। ਜਿਨ੍ਹਾਂ ਨੇ ਇਸ ਜਨਮ ਵਿੱਚ ਪ੍ਰਮਾਤਮਾ ਦੀ ਯਾਦ ਵੱਲੋਂ ਮੂੰਹ ਮੋੜ ਰੱਖਿਆ, ਭਾਵ ਜੋ ਵਾਹਿਗੁਰੂ ਨੂੰ ਯਾਦ ਨਹੀਂ ਕਰਦੇ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਨਹੀਂ ਕੀਤਾ, ਵਾਹਿਗੁਰੂ ਕੋਲੋਂ ਵਡਮੁੱਲੀਆਂ ਅਣਮੁੱਲੀਆਂ ਦਾਤਾਂ ਲੈ ਕੇ ਜੋ ਮਾਲਕ ਦੀ ਇਬਾਦਤ ਨਹੀਂ ਕਰਦੇ, ਗੁਰੂ ਸਾਹਿਬ ਆਖਦੇ ਨੇ ਉਹਨਾਂ ਨੂੰ ਫਿਰ ਲੰਮੇ ਵਿਛੋੜੇ ਪੈ ਜਾਂਦੇ ਨੇ। ਵਾਹਿਗੁਰੂ ਦੇ ਨਾਲੋਂ ਉਹਨਾਂ ਦਾ ਵਿਛੋੜਾ ਬਣ ਜਾਂਦਾ ਹੈ। ਤੇ ਵਿਛੋੜਾ ਸਭ ਤੋਂ ਵੱਡਾ ਦੁੱਖ ਦਾ ਕਾਰਨ ਹੈ। ਵਾਹਿਗੁਰੂ ਦੇ ਨਾਲੋਂ ਵਿਛੜ ਜਾਣਾ ਇਹ ਸਭ ਤੋਂ ਵੱਡਾ ਕਾਰਨ ਹੈ। ਵਿਛੋੜਾ ਹੀ ਦੁੱਖ ਦਾ ਕਾਰਨ ਹੈ। ਵਾਹਿਗੁਰੂ ਤੋਂ ਵਿਛੜਿਆ ਅਸੀਂ ਸੁੱਖ ਦੀ ਉਮੀਦ ਨਹੀਂ ਕਰ ਸਕਦੇ। ਸੋ ਇਸ ਕਰਕੇ ਉਸ ਮਾਲਕ ਦਾ ਕੋਟਾਨ ਕੋਟ ਧੰਨਵਾਦ ਕਰੀਏ, ਸ਼ੁਕਰਾਨਾ ਕਰੀਏ, ਜਿਸ ਮਾਲਕ ਨੇ ਸਾਨੂੰ ਇੱਜ਼ਤ ਮਾਣ ਸਤਿਕਾਰ ਬਖਸ਼ਿਆ। ਅਸੀਂ ਸੰਸਾਰ ਤੇ ਆਏ ਹਾਂ, ਮਨੁੱਖਾ ਜਨਮ ਮਿਲਿਆ, ਤੋਰ ਸਕਦੇ ਹਾਂ, ਫਿਰ ਸਕਦੇ ਹਾਂ, ਵੇਖ ਸਕਦੇ ਹਾਂ, ਸੁਣ ਸਕਦੇ ਹਾਂ, ਸਰੀਰ ਨਰੋ ਹੈ, ਸਵਸਥ ਹੈ। ਤੇ ਉਸ ਮਾਲਕ ਦਾ ਸ਼ੁਕਰਾਨਾ ਕਰੀਏ, ਵਾਹਿਗੁਰੂ ਦੀ ਇਬਾਦਤ ਕਰੀਏ। ਅੱਗੇ ਕਿਰਪਾ ਕੀਤੀ ਹੈ, ਖਿਨਮੈ ਕੌੜੇ ਹੋਏਗੇ ਜਿਤੜੇ ਮਾਇਆ ਭੋਗ। ਮਾਇਆ ਭੋਗ ਤੋਂ ਭਾਵ ਹੈ ਮਾਇਆ ਦੀਆਂ ਮੋਜਾਂ, ਦੁਨਿਆਵੀ ਐਸ਼ਾਂ। ਗੁਰੂ ਸਾਹਿਬ ਆਖਦੇ ਜਿਹੜੀ ਮਾਇਆ ਦੀ ਮੋਜਾਂ ਦੀ ਖਾਤਰ ਤੂੰ ਵਾਹਿਗੁਰੂ ਨੂੰ ਭੁਲਾ ਦਿੱਤਾ ਸੀ ਨਾ, ਉਹ ਤੇਰੇ ਲਈ ਇੱਕ ਪਲ ਵਿੱਚ ਤੇਰੇ ਲਈ ਦੁਖਦਾਈ ਬਣ ਜਾਣਗੀਆਂ। ਦੇਖੋ ਉਦਾਹਰਨ ਦੇ ਤੌਰ ਤੇ ਗੁਰੂ ਸਾਹਿਬ ਨੇ ਤੇ ਸਪਸ਼ਟ ਕਰ ਦਿੱਤਾ ਹੈ, ਭਾਈ ਤੂੰ ਸਾਰੀ ਜ਼ਿੰਦਗੀ ਮਿਹਨਤ ਮਸ਼ੱਕਤ ਕਰਕੇ ਧਨ ਜੋੜਿਆ, ਵੱਡੇ ਵੱਡੇ ਮਹਿਲਾਂ ਨੂੰ ਬਣਾਇਆ, ਤੇਰੇ ਕੋਲੇ ਕੀਮਤੀ ਪਦਾਰਥ ਨੇ, ਤੂੰ ਉਹਨਾਂ ਨੂੰ ਇਕੱਤਰ ਕੀਤਾ, ਸਾਰਾ ਜੀਵਨ ਲੰਘ ਗਿਆ। ਇਹਨਾਂ ਪਦਾਰਥਾਂ ਦੀ ਖਾਤਰ ਤੂੰ ਮਾਲਕ ਨੂੰ ਯਾਦ ਨਹੀਂ ਕੀਤਾ, ਮਾਲਕ ਨੂੰ ਵਿਸਾਰ ਕੇ ਰੱਖਿਆ। ਪਰ ਇਹ ਸਾਰੇ ਤੇਰੇ ਜੋੜੇ ਹੋਏ ਇਕੱਤਰ ਕੀਤੇ ਹੋਏ ਪਦਾਰਥ ਜਿਨ੍ਹਾਂ ਦੀ ਖਾਤਰ ਤੂੰ ਮਾਲਕ ਨੂੰ ਨਹੀਂ ਯਾਦ ਕੀਤਾ, ਗੁਰੂ ਸਾਹਿਬ ਆਖਦੇ ਨੇ ਇੱਕ ਪਲ ਲੱਗਣਾ, ਸਵਾਸ ਨਿਕਲਣ ਦੀ ਦੇਰ ਭਾਈ ਇਹਨਾਂ ਨੇ ਤੇਰਾ ਸਾਥ ਛੱਡ ਦੇਣਾ। ਤੈਨੂੰ ਇਹਨਾਂ ਦਾ ਸਾਥ ਛੱਡ ਕੇ ਜਾਣਾ ਪਵੇਗਾ, ਕਿਉਂਕਿ ਸੰਸਾਰ ਤੇ ਮਨੁੱਖ ਨਾ ਕੁਝ ਨਾਲ ਲੈ ਕੇ ਆਇਆ ਤੇ ਨਾ ਕੁਝ ਨਾਲ ਲੈ ਕੇ ਜਾਂਦਾ ਹੈ। ਹਾਂ, ਕੇਵਲ ਤਾਂ ਕੇਵਲ ਪਰਮੇਸ਼ਰ ਦਾ ਨਾਮ ਹੈ ਜੋ ਅਸੀਂ ਜਿਉਂਦੇ ਜੀ ਜਪਿਆ ਹੋਵੇਗਾ, ਸੰਗਤ ਕੀਤੀ ਹੋਵੇਗੀ, ਸੇਵਾ ਕੀਤੀ ਹੋਵੇਗੀ, ਉਹ ਸਾਡੇ ਨਾਲ ਜਾਣੀ ਹੈ। ਸੋ ਗੁਰੂ ਸਾਹਿਬ ਨੇ ਸਮਝਾ ਦਿੱਤਾ, ਖਿਨਮੈ ਕੋੜੇ ਹੋਏਗੇ ਜਿਤੜੇ ਮਾਇਆ ਭੋਗ। ਵੀ ਜਿੰਨੇ ਵੀ ਇਹ ਤੋਂ ਦੁਨਿਆਵੀ ਪਦਾਰਥਾਂ ਦੀਆਂ
ਮੋਜ ਮਸਤੀਆਂ ਵਿੱਚ ਤੂੰ ਗਲਤਾਨ ਸੀ, ਆਨੰਦ ਮਾਣ ਰਿਹਾ ਸੀ ਦੁਨਿਆਵੀ ਪਦਾਰਥਾਂ ਦਾ। ਇੱਕ ਪਲ ਵਿੱਚ ਇਹ ਤੇਰੇ ਲਈ ਦੁਖਦਾਈ ਬਣ ਜਾਣਗੇ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵੈ ਰੋਜ਼, ਵਿੱਚ ਤੋਂ ਭਾਵੈ ਵਿਚੋਲਾਪਨ। ਗੁਰੂ ਸਾਹਿਬ ਆਖਦੇ ਉਸ ਦੁਖੀ ਹਾਲਤ ਵਿੱਚ ਕਿਸੇ ਪਾਸ ਵੀ ਨਿਤ ਰੋਣੇ ਰੋਣ ਦਾ ਤੈਨੂੰ ਕੋਈ ਲਾਭ ਨਹੀਂ ਹੋਣਾ, ਕਿਉਂਕਿ ਦੁੱਖ ਤਾਂ ਹੈ ਵਿਛੋੜੇ ਦੇ ਕਾਰਨ। ਤੂੰ ਵਾਹਿਗੁਰੂ ਨੂੰ ਭੁਲਾ ਦਿੱਤਾ, ਵਾਹਿਗੁਰੂ ਦੇ ਨਾਲ ਤੇਰੀ ਦੂਰੀ ਬਣ ਗਈ, ਤੇ ਵਿਛੋੜੇ ਨੂੰ ਦੂਰ ਕਰਨ ਲਈ ਕੋਈ ਤੇਰਾ ਵਿਚੋਲਾਪਣ ਨਹੀਂ, ਕੋਈ ਵਿਚੋਲਾ ਤੇਰਾ ਦੁੱਖ ਦੂਰ ਨਹੀਂ ਕਰ ਸਕਦਾ। ਹਾਂ, ਗੁਰੂ ਸਾਹਿਬ ਨੇ ਅੱਗੇ ਵੀ ਸਮਝਾ ਦਿੱਤਾ, ਕੀਤਾ ਕਛੂ ਨਾ ਹੋਵੇ ਲਿਖਿਆ ਧੁਰ ਸੰਜੋਗ। ਦੁਖੀ ਜੀਵ ਦੀ ਆਪਣੀ ਕੋਈ ਪੇਸ ਨਹੀਂ ਜਾਂਦੀ, ਵੀ ਆਪਣੀ ਸਿਆਣਪ ਦੇ ਨਾਲ ਤੂੰ ਵਾਹਿਗੁਰੂ ਦੇ ਨਾਲੋਂ ਨਾ ਟੁੱਟ ਸਕਦਾ ਹੈ ਭਾਈ, ਤੇ ਨਾ ਹੀ ਜੁੜ ਸਕਦਾ ਹੈ। ਇਹ ਵਾਹਿਗੁਰੂ ਦੀ ਕਿਰਪਾ ਹੀ ਹੈ। ਗੁਰੂ ਸਾਹਿਬ ਆਖਦੇ ਨੇ ਦੁਖੀ ਜੀਵ ਦੀ ਆਪਣੀ ਕੋਈ ਪੇਸ ਨਹੀਂ ਜਾਂਦੀ, ਪਿਛਲੇ ਕੀਤੇ ਕਰਮਾਂ ਅਨੁਸਾਰ ਹੀ ਧੁਰ ਤੋਂ ਲਿਖੇ ਹੋਏ ਲੇਖਾਂ ਦੀ ਵਿਧ ਆ ਬਣਦੀ ਹੈ। ਵੀ ਜਦੋਂ ਮਾਲਕ ਕਿਰਪਾ ਕਰੇ, ਵਡਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਵਿਯੋਗ। ਵਿਯੋਗ ਤੋਂ ਭਾਵੇਂ ਵਿਛੋੜੇ ਦੇ ਦੁੱਖ। ਹਾਂ, ਜੇ ਚੰਗੇ ਭਾਗਾਂ ਨੂੰ ਪ੍ਰਭੂ ਆਪ ਆ ਮਿਲੇ, ਵਾਹਿਗੁਰੂ ਆਪ ਕਿਰਪਾ ਕਰੇ, ਆਪ ਪਰਮਾਤਮਾ ਤੁਸ਼ਟ ਪਏ, ਤਾਂ ਵਿਛੋੜੇ ਤੋਂ ਪੈਦਾ ਹੋਏ ਸਾਰੇ ਜਿਹੜੇ ਦੁੱਖ ਨੇ ਉਹ ਦੂਰ ਕਰ ਦਿੰਦਾ ਹੈ। ਵੀ ਜਿਹੜਾ ਵਿਛੋੜਾ ਬਣਿਆ ਸੀ, ਵਾਹਿਗੁਰੂ ਹੀ ਵਿਛੋੜੇ ਨੂੰ ਮੇਟਣ ਵਾਲਾ ਹੈ। ਵਾਹਿਗੁਰੂ ਆਪ ਜਦੋਂ ਕਿਸੇ ਨੂੰ ਆਪਣੇ ਚਰਨਾਂ ਦੇ ਨਾਲ ਜੋੜੇ, ਆਪ ਜਦੋਂ ਵਾਹਿਗੁਰੂ ਨਾਮ ਦੀ ਦਾਤ ਬਖਸ਼ੇ, ਤੇ ਫਿਰ ਇਹ ਵਿਛੋੜੇ ਵਾਲਾ ਜਿਹੜਾ ਦੁੱਖ ਹੈ ਇਹ ਕੱਟਿਆ ਜਾਂਦਾ ਹੈ। ਸੋ ਗੱਲ ਸਮਝਣ ਵਾਲੀ ਹੈ। ਗੁਰੂ ਸਾਹਿਬ ਨੇ ਸਮਝਾ ਦਿੱਤਾ ਵੀ ਦੁਨਿਆਵੀ ਪਦਾਰਥਾਂ ਦੀਆਂ ਮੋਜਾਂ ਵਿੱਚ ਮਾਲਕ ਨੂੰ ਨਾ ਭੁਲਾ। ਜਿਸ ਮਾਲਕ ਨੇ ਤੈਨੂੰ ਪਦਾਰਥ ਦਿੱਤੇ ਨੇ, ਅਣਗਿਣਤ ਦਾਤਾਂ ਦਿੱਤੀਆਂ ਨੇ, ਲੈ ਕੇ ਉਸ ਮਾਲਕ ਦਾ ਸ਼ੁਕਰਾਨਾ ਕਰ। ਇਹ ਤੇਰੀ ਹਾਲਤ ਨਾ ਬਣੇ ਦਾਤ ਪਿਆਰੀ ਵਿਸਰਿਆ ਦਾਤਾਰਾ। ਤੂੰ ਵਾਹਿਗੁਰੂ ਕੋਲੋਂ ਦਾਤਾਂ ਮੰਗ ਕੇ, ਦਾਤਾਂ ਲੈ ਕੇ ਦੇਣ ਵਾਲੇ ਨੂੰ ਨਾ ਭੁਲਾ, ਕਿਉਂਕਿ ਵਿਛੋੜਾ ਦੁੱਖ ਦਾ ਕਾਰਨ ਹੈ। ਉਹ ਬੀਜ ਭਾਈ ਜਿਹਦਾ ਫਲ ਤੇਰੇ ਕੋਲੋਂ ਫਿਰ ਖਾਧਾ ਨਹੀਂ ਜਾਣਾ। ਗੁਰੂ ਸਾਹਿਬ ਆਖਦੇ ਨੇ ਅਖੀਰ ਤੇ ਕਿਰਪਾ ਕੀਤੀ ਹੈ, ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ। ਬੰਦੀ ਮੋਚ ਤੋਂ ਭਾਵੈ ਕੈਦ ਤੋਂ ਛਡਾਉਣ ਵਾਲਾ, ਆਜ਼ਾਦ ਕਰਾਉਣ ਵਾਲਾ। ਹੁਣ ਗੁਰੂ ਸਾਹਿਬ ਆਖਦੇ ਨਾਨਕ ਦੀ ਤਾਂ ਇਹੀ ਬੇਨਤੀ ਹੈ, ਇਹ ਪ੍ਰਮਾਤਮਾ ਤੇਰੇ ਚਰਨਾਂ ਵਿੱਚ, ਇਹ ਮਾਇਆ ਦੇ ਬੰਧਨਾਂ ਤੋਂ ਛਡਾਉਣ ਵਾਲੇ ਮੇਰੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ, ਨਾਨਕ ਨੂੰ ਮਾਇਆ ਦੇ ਮੋਹ ਤੋਂ ਬਚਾ ਲਵੋ। ਦੇਖੋ ਗੁਰੂ ਸਾਹਿਬ ਨੇ ਸਾਨੂੰ ਇਸ ਕੱਤਕ ਦੇ ਮਹੀਨੇ ਵਿੱਚ ਸਾਨੂੰ ਬਹੁਤ ਸੋਹਣੇ ਢੰਗ ਨਾਲ ਸਤਿਗੁਰੂ ਸਾਨੂੰ ਉਦਾਹਰਨਾਂ ਦੇ ਕੇ ਸਮਝਾਉਣਾ ਕੀਤਾ ਹੈ। ਭਾਈ ਜੇ ਜੀਵਨ ਵਿੱਚ ਦੁੱਖ ਹੈ, ਉਹਦਾ ਤੂੰ ਕਿਸੇ ਹੋਰ ਨੂੰ ਦੋਸ਼ੀ ਨਹੀਂ ਠਹਿਰਾ ਸਕਦਾ, ਉਹ ਤੇਰੇ ਆਪਣੇ ਕਰਮਾਂ ਕਰਕੇ ਇਹ ਗੱਲ ਸਮਝਣ ਵਾਲੀ ਹੈ। ਜੇ ਸੁੱਖ ਮਿਲਿਆ, ਉਹਦਾ ਬੀਜ ਵੀ ਭਾਈ ਤੂੰ ਬੀਜਿਆ ਤੇ ਫਲ ਚੰਗਾ ਤੈਨੂੰ ਮਿਲਿਆ। ਜੀਵਨ ਵਿੱਚ ਕਿਤੇ ਦੁੱਖ ਤਕਲੀਫ ਆ ਗਈ, ਉਹ ਬੀਜ ਭਾਈ ਤੇਰਾ ਹੀ ਬੀਜਿਆ ਹੋਇਆ ਹੈ। ਪਰ ਗੱਲ ਇਹ ਹੈ, ਜੇ ਵਾਹਿਗੁਰੂ ਜੀ ਦੇ ਨਾਲ ਤੇਰੀ ਸਾਂਝ ਹੈ, ਤੇ ਫਿਰ ਭਾਈ ਦੁੱਖ ਵੀ ਮਨੁੱਖ ਪਰਮੇਸ਼ਰ ਦੀ ਦਾਤ ਸਮਝ ਕੇ ਕਬੂਲ ਕਰ ਲੈਂਦਾ ਹੈ। ਕੀਤਿਆਂ ਦੁੱਖ ਭੂਖ ਸਦਮਾਰ, ਇਹ ਵੀ ਦਾਤ ਤੇਰੀ ਦਾਤਾਰ। ਕਿਉਂਕਿ ਫਿਰ ਸਮਝ ਲੱਗ ਜਾਂਦੀ ਹੈ ਵਾਹਿਗੁਰੂ ਜੀ ਦੇ ਨਾਲ ਜੁੜਿਆ, ਵੀ ਜਿਹੜਾ ਮੈਨੂੰ ਦੁੱਖ ਮਿਲਿਆ ਇਹਦੇ ਵਿੱਚ ਹੋਰ ਕੋਈ ਜ਼ਿੰਮੇਵਾਰ ਨਹੀਂ, ਇਹਦਾ ਜ਼ਿੰਮੇਵਾਰ ਮੈਂ ਆਪ ਹਾਂ। ਫਿਰ ਦੁੱਖ ਨੂੰ ਵੀ ਵਾਹਿਗੁਰੂ ਦੀ ਦਾਤ ਸਮਝ ਕੇ ਮਨੁੱਖ ਕਬੂਲ ਕਰ ਲੈਂਦਾ ਹੈ। ਵਾਹਿਗੁਰੂ ਦੇ ਨਾਲ ਜੁੜਿਆ ਫਿਰ ਸਮਝ ਲੱਗ ਜਾਂਦੀ ਹੈ ਵੀ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਹੈ, ਵਾਹਿਗੁਰੂ ਜੀ ਦੀ ਕੋਟਾਨ ਕੋਟ ਸਿਫਤ ਸਲਾਹ ਕਰਨੀ ਹੈ। ਵਾਹਿਗੁਰੂ ਸਿਫਤ ਸਲਾਹ ਕਰਾਂਗੇ ਜਦੋਂ ਤੱਕ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜੇ ਆ, ਵਾਹਿਗੁਰੂ ਦੇ ਨਾਮ ਦੇ ਆਸਰੇ, ਨਾਮ ਦੇ ਸਹਾਰੇ ਸਾਡਾ ਜੀਵਨ ਬਤੀਤ ਹੋ ਰਿਹਾ ਹੈ, ਉਦੋਂ ਤੱਕ ਫਿਰ ਮਨੁੱਖ ਨਿਡਰ ਹੋ ਕੇ, ਚਿੰਤਾ ਰਹਿਤ ਹੋ ਕੇ ਜੀਵਨ ਬਤੀਤ ਕਰਦਾ ਹੈ। ਫਿਰ ਮਨੁੱਖ ਨਾਮ ਜਪ ਕੇ ਜਿੱਥੇ ਦੁੱਖਾਂ ਤੋਂ ਬਚਦਾ ਹੈ, ਕਿਉਂਕਿ ਪਰਮੇਸ਼ਰ ਦਾ ਨਾਮ ਸਾਨੂੰ ਦੁੱਖਾਂ ਤੋਂ ਬਚਾਉਣ ਵਾਲਾ ਹੈ। ਜਿਸ ਸਿਮਰਤ ਦੁੱਖ ਸਭ ਜਾਏ, ਨਾਮ ਰਤਨ ਵਸੈ ਮਨ ਆਏ।
दुख भंजन तेरा नाम जी, दुख भंजन तेरा नाम। आठ पहर आराध्य पूर्ण सतगुर ज्ञान, जन्म जन्म के दुख निवारै, सुखा मन साधारै। दर्शन भेटत होत निहाला, हर का नाम विचारै। जिवें जिवें भाई तू वाहिगुरु दे नाम दी विचार करेगा, वाहिगुरु दे नाम दे नाल जुड़ेगा भाई, जिथे तू दुखां तो बचना है उत्थे भाई तेनू वाहिगुरु दे मिलाप दी प्राप्ति होनी है। जो विछोड़ा है विछोड़े वाला दुख खत्म हो जाएगा ते वाहिगुरु दे चरनां विच तेरी अभेदता हो जाएगी। ते इस तरह अभेद होवेगा। गुरु तेग बहादुर महाराज जी दे बचन, गोर किरपा जिह नर को कीनी, तै एह जुगत पछानी। नानक लीन भयो गोबिंद स्यों, जो पानी संग पानी। जिवें पानी विच पानी मिल जाता है भाई, इस तरह तू वाहिगुरु चरनां विच अभेद हो जावेगा, वाहिगुरु दा रूप हो जावेगा। सो दूजी गल गुरु साहिब ने सानू इहदे अंदर समझाउणी कीती है भाई, भी अपनी सियाणप दे नाल, अपनी चतुराई दे नाल भाई नाम भी नहीं जपिया जा सकता। वो वाहिगुरु किरपा करे, बख्शिश करे ते फिर मनुख नाम जपदा है। ਆਪਾਂ ਬਚਨ ਪੜ੍ਹਦੇ ਆ ਨਾ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ। ਵੱਡੇ ਭਾਗਾਂ ਵਾਲੇ ਗੁਰਸਿੱਖ ਨੂੰ ਨਾਮ ਦੀ ਦਾਤ ਮਿਲਦੀ ਹੈ। ਆ ਕੇ ਗੁਰੂ ਕੋਲੋਂ ਨਾਮ ਦੀ ਦਾਤ ਮੰਗੀਏ। ਆਪਾਂ ਕੇਵਲ ਤਾਂ ਕੇਵਲ ਦੁਨਿਆਵੀ ਪਦਾਰਥ ਵਾਹਿਗੁਰੂ ਕੋਲੋਂ ਆ ਕੇ ਮੰਗਦੇ ਆ। ਸਾਡੇ ਸਾਰਿਆਂ ਦੀ ਇਹੀ ਮੰਗ ਹੁੰਦੀ ਹੈ। ਮੰਗਣਾ ਵੀ ਚਾਹੀਦਾ, ਕਿਉਂਕਿ ਬੱਚੇ ਨੇ ਆਪਣੇ ਪਿਤਾ ਕੋਲੋਂ ਆ ਕੇ ਮੰਗਣਾ ਤੇ ਕੋਈ ਸੰਕੋਚ ਕਰਨ ਦੀ ਲੋੜ ਨਹੀਂ। ਪਰ ਨਾਲ ਨਾਲ ਨਾਮ ਦੀ ਦਾਤ ਮੰਗੀਏ। ਜਦੋਂ ਵਾਹਿਗੁਰੂ ਦੀ ਨਾਮ ਦੀ ਦਾਤ ਮਿਲ ਗਈ, ਇਹ ਦੁਨਿਆਵੀ ਪਦਾਰਥ ਇਹ ਆਪਣੇ ਆਪ ਝੋਲੀ ਵਿੱਚ ਆ ਪੈਂਦੇ ਨੇ, ਫਿਰ ਇਹਨਾਂ ਨੂੰ ਮੰਗਣ ਦੀ ਲੋੜ ਨਹੀਂ ਪੈਂਦੀ। ਸੋ ਵਾਹਿਗੁਰੂ ਅੱਗੇ ਅਰਦਾਸ ਕਰੀਏ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਹੇ ਵਾਹਿਗੁਰੂ ਜੀ ਤੁਸੀਂ ਆਪ ਕਿਰਪਾ ਕਰਿਓ, ਨਾ ਵਿਸਰਿਓ ਤੇ ਨਾ ਵਿਸਾਰਿਓ। ਵੀ ਸਾਡੀ ਆਪਣੀ ਸਿਆਣਪ ਨਹੀਂ, ਤੁਸੀਂ ਆਪ ਕਿਰਪਾ ਕਰਨੀ ਹੈ, ਨਾ ਵਿਸਰਿਓ ਤੇ ਨਾ ਵਿਸਾਰਿਓ। ਤੇ ਐਸੀ ਕਿਰਪਾ ਕਰ ਦੇਵੋ ਹੇ ਵਾਹਿਗੁਰੂ ਜੀ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਇਹੋ ਜਿਹਾ ਚਾਅ ਪੈਦਾ ਹੋ ਜੇ ਮਨ ਅੰਦਰ, ਵੀ ਦਿਨ ਹੋਵੇ ਰਾਤ ਹੋਵੇ, ਹੇ ਵਾਹਿਗੁਰੂ ਜੀ ਤੁਹਾਡਾ ਸ਼ੁਕਰਾਨਾ ਕਰੀਏ, ਕੋਟਾਨ ਕੋਟ ਤੁਹਾਡਾ ਧੰਨਵਾਦ ਕਰੀਏ। ਤੁਹਾਡੇ ਦੁਆਰੇ ਤੇ ਆਇਆ ਹੇ ਵਾਹਿਗੁਰੂ ਜੀ, ਆਪਣੇ ਦੁਆਰੇ ਦੇ ਆਇਆਂ ਦੀ ਲਾਜ ਰੱਖ ਲਿਓ। ਬਚਨ ਪੜ੍ਹੀਏ, ਸਗਲ ਦੁਆਰ ਕੋ ਛਾੜ ਕੇ ਗਏਹੋ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਹੇ ਵਾਹਿਗੁਰੂ ਸਾਰੇ ਦੁਨਿਆਵੀ ਆਸਰੇ ਸਹਾਰੇ ਛੱਡ ਕੇ ਹੇ ਵਾਹਿਗੁਰੂ ਤੁਹਾਡੇ ਦੁਆਰੇ ਤੇ ਆਏ। ਸਮਝ ਲੱਗ ਗਈ ਹੈ ਹੇ ਵਾਹਿਗੁਰੂ ਤੁਸੀਂ ਸੋਝੀ ਬਖਸ਼ੀ ਹੈ, ਗਿਆਨ ਬਖਸ਼ਿਆ ਤੇ ਤੁਹਾਡੇ ਨਾਮ ਦੇ ਸਹਾਰੇ ਇਹ ਸੰਸਾਰ ਚੱਲ ਰਿਹਾ, ਤੁਹਾਡੇ ਹੁਕਮ ਵਿੱਚ ਸਮਸਤ ਜੀਵ ਚੱਲ ਰਹੇ ਨੇ। ਤੁਹਾਡੇ ਦੁਆਰੇ ਤੇ ਆਏ ਹੈ ਵਾਹਿਗੁਰੂ ਜੀ, ਆਪਣੇ ਦੁਆਰੇ ਤੇ ਆਇਆਂ ਦੀ, ਆਪਣੇ ਦਰ ਤੇ ਆਇਆਂ ਦੀ ਹੈ ਵਾਹਿਗੁਰੂ ਜੀ ਲਾਜ ਰੱਖ ਲਿਓ, ਨਾਮ ਦੀ ਦਾਤ ਬਖਸ਼ਿਓ। ਤੇ ਅਖੀਰ ਤੇ ਇਹ ਅਰਦਾਸ ਕਰੀਏ ਵਾਹਿਗੁਰੂ ਅੱਗੇ, ਜੋ ਆਪਾਂ ਨਿਤ ਅਰਦਾਸ ਵਿੱਚ ਸ਼ਬਦ ਵਰਤਦੇ ਆ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਹੈ ਵਾਹਿਗੁਰੂ ਐਸੇ ਗੁਰਮੁਖਾਂ ਦਾ ਮੇਲ ਕਲਾਇਓ, ਐਸੀ ਰੂਹਾਂ ਨਾਮ ਦੇ ਨਾਲ ਭਿੱਜੀਆਂ, ਨਾਮ ਦੇ ਨਾਲ ਰੰਗੀਆਂ ਰੂਹਾਂ ਦੇ ਨਾਲ ਮਿਲਾਪ ਕਰਾਇਓ। ਹੇ ਵਾਹਿਗੁਰੂ ਜਿਨ੍ਹਾਂ ਨੂੰ ਮਿਲਿਆ, ਹੇ ਵਾਹਿਗੁਰੂ ਜੀ ਸਾਨੂੰ ਵੀ ਤੁਹਾਡਾ ਨਾਮ ਚੇਤੇ ਆ ਜਾਏ। ਜਿਨ੍ਹਾਂ ਨੂੰ ਮਿਲਿਆ ਸਾਡੇ ਮਨ ਅੰਦਰ ਵੀ ਤੁਹਾਨੂੰ ਮਿਲਣ ਦੀ ਤਾਂਘ ਪੈਦਾ ਹੋ ਜੇ। ਜਿਨ੍ਹਾਂ ਨੂੰ ਮਿਲਿਆ ਸਾਡੇ ਮਨ ਅੰਦਰ ਚਾਅ ਪੈਦਾ ਹੋ ਜੇ ਨਾਮ ਜਪਣ ਦਾ। ਹੇ ਵਾਹਿਗੁਰੂ ਐਸੇ ਗੁਰਮੁਖਾਂ ਦਾ ਸदैवी ਮੇਲ ਕਰਾਇਓ। ਸੋ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ, ਜੋ ਸਤਿਗੁਰੂ ਜੀ ਨੇ ਇਸ ਕੱਤਕ ਦੇ ਮਹੀਨੇ ਅੰਦਰ ਸਾਡੇ ਲਈ ਜੋ ਉਪਦੇਸ਼ ਅੰਕਿਤ ਕੀਤਾ, ਜੋ ਸਾਨੂੰ ਹੁਕਮ ਬਖਸ਼ਿਆ,
ਉਸ ਹੁਕਮ ਨੂੰ ਆਪਣੇ ਹਿਰਦੇ 'ਚ ਵਸਾ ਸਕੀਏ। ਤੇ ਇਹ ਵਾਹਿਗੁਰੂ ਜੀ ਤੁਹਾਡੇ ਹੁਕਮਾਂ ਅਨੁਸਾਰ ਆਪਣਾ ਜੀਵਨ ਜੀ ਸਕੀਏ। ਵਾਹਿਗੁਰੂ ਤੁਸੀਂ ਇਹ ਕਿਰਪਾ ਕਰਨੀ, ਆਪਣੇ ਹੁਕਮ ਤੇ ਚੱਲਣ ਦੀ ਦਾਤ ਬਖਸ਼ਿਓ। ਸੋ ਅਰਦਾਸ ਕਰੇ ਇੱਕ ਵਾਰ ਫੇਰ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਭੁਲਾਂ ਚੁਕਾ ਦੀ ਖਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।